ਨੈਕਸਟ ਜੋ ਅਸੀਂ ਗੱਲ ਕਰਨ ਜਾ ਰਹੇ ਹਾਂ ਦੈਟ ਇਜ਼ ਅਬਾਊਟ ਦਾ ਜਨਰਲ ਕਨਫਿਗਰੇਸ਼ਨ, ਜੋ ਪੇਪਰ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਆ। ਠੀਕ ਹੈ, ਮਤਲਬ ਬਹੁਤ ਇੰਪੋਰਟੈਂਟ ਕੁਐਸਚਨ ਬਣ ਸਕਦਾ ਉਹਦੇ ਵਿੱਚੋਂ, ਕਿਉਂਕਿ ਸਿਲੇਬਸ ਦੇ ਵਿੱਚ ਨਾ ਸਪੈਸ਼ਲ ਮੈਂਸ਼ਨ ਹੈ ਐਸ ਪੀ ਡੀ ਐਂਡ ਐਫ ਬਲੌਕ। ਸੋ ਉਹਦੀ ਜਨਰਲ ਕਨਫਿਗਰੇਸ਼ਨ ਤਾਂ ਇੰਪੋਰਟੈਂਟ ਬਣਦੀ ਆ। ਠੀਕ ਹੈ, ਸੋ ਅਸੀਂ ਦੇਖਦੇ ਹਾਂ ਜਨਰਲ ਕਨਫਿਗਰੇਸ਼ਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਸ ਬਲੌਕ ਦੀ। ਐਸ ਬਲੌਕ ਦੀ ਜੋ ਸਾਡੇ ਕੋਲ ਜਨਰਲ ਕਨਫਿਗਰੇਸ਼ਨ ਹੈ ਦੈਟ ਇਜ਼ NS1 ਤੋਂ 2। ठीक है, means S, देखो first of all what are the S block element? The element in which last electron enter in the S orbital। ਜਿਹਦੇ ਵਿੱਚ last electron ਕਿਹਦੇ ਵਿੱਚ ਜਾ ਰਿਹਾ S orbital ਦੇ ਵਿੱਚ। ਫਿਰ P block ਦੇ ਕੀ ਹੈਗੇ ਨੇ, in which last electron enter in the P orbital। D block ਦੇ ਕੀ ਹੈਗੇ ਨੇ, ਜਿਨ ਵਿੱਚ last electron enter in the D orbital। ਤੇ F ਦੇ ਕੀ ਹੈਗੇ ਨੇ, in which last electron enter in the F orbital। So that's so simple। So last electron S ਦੇ ਵਿੱਚ ਜਾਏਗਾ, but S ਦੇ ਵਿੱਚ ਮੈਕਸਿਮਮ ਕਿੰਨੇ ਇਲੈਕਟ੍ਰੋਨ ਜਾ ਸਕਦੇ ਆ, 2। ਉਸ ਤੋਂ ਜ਼ਿਆਦਾ ਨਹੀਂ ਜਾ ਸਕਦੇ, ਇਸ ਲਈ NS1 ਤੋਂ 2 ਲਿਖਿਆ ਆਪਾਂ, 1 ਤੋਂ 2 ਲਿਖਿਆ। ਸੋ n ਦਾ ਮਤਲਬ ਕੀ ਹੈ, ਇਟ ਮੇ ਬੀ 1, ਇਟ ਮੇ ਬੀ 2, ਇਟ ਮੇ ਬੀ 3। ਸੋ 1s 2s 3s ਅਪ ਟੂ ਸੋ ਔਨ। ਸੋ ਇਸ ਲਈ ਉੱਥੇ ਜਨਰਲੀ ਆਪਾਂ ਕੀ ਲਿਖ ਦਿੱਤਾ, n ਲਿਖ ਦਿੱਤਾ। ਓਕੇ, ਸੋ ਇੱਥੇ ਅਸੀਂ p ਦੇਖਦੇ ਹਾਂ। ਸੋ ਇੱਥੇ p ਬਲੌਕ ਜੋ p ਬਲੌਕ ਦੇ ਐਲੀਮੈਂਟਸ ਹੋਣਗੇ ਉਹਨਾਂ ਦੀ ਜਨਰਲ ਕਨਫਿਗਰੇਸ਼ਨ ਕੀ ਹੋਏਗੀ, ਉਹ ਹੋਏਗੀ NS2 NP1 to 6। मतलब कि जे ਅਸੀਂ p ਚ ਲਾਸਟ ਇਲੈਕਟ੍ਰੋਨ ਫਿਲ ਕਰ ਰਹੇ ਹਾਂ ਦੈਟ ਮੀਨਸ ਆਲਰੇਡੀ s ਪਹਿਲਾਂ ਕੀ ਹੋਏਗਾ, ਫਿਲ ਹੋਏਗਾ। ਠੀਕ ਹੈ, ਸੋ s ਚ ਮੈਕਸਿਮਮ ਕਿੰਨੇ ਜਾ ਸਕਦੇ ਆ, 2 ਇਲੈਕਟ੍ਰੋਨਸ ਜਾ ਸਕਦੇ ਆ। p ਚ ਮੈਕਸਿਮਮ ਕਿੰਨੇ ਜਾ ਸਕਦੇ ਆ, 6 ਇਲੈਕਟ੍ਰੋਨ ਜਾ ਸਕਦੇ ਆ, 6 ਇਲੈਕਟ੍ਰੋਨ ਜਾ ਸਕਦੇ ਆ। ਸੋ ਆਇਆ NS2 NP1 to 6। ਨੈਕਸਟ ਇਜ਼ ਇਹਦੀ d ਬਲੌਕ ਦੀ ਹੋਏਗੀ। d ਬਲੌਕ ਦੀ ਜਨਰਲ ਕਨਫਿਗਰੇਸ਼ਨ ਸਾਡੇ ਕੋਲ ਕੀ ਹੁੰਦੀ ਹੈ, n-1 d1 to 10 ਐਂਡ ns ਜੋ ਹੈ ਸਾਡੇ ਕੋਲ 0 ਤੋਂ 2। ਮਤਲਬ ਕਿ ਇਹਦੇ ਵਿੱਚ ਇਦਾਂ ਹੁੰਦਾ, ਜਿੰਨਾ n ਆਣਾ n ਤੋਂ ਇੱਕ ਘੱਟ d ਹੁੰਦਾ। ਮਤਲਬ ਜਦੋਂ ਤੁਸੀਂ ਜੇ ਪੜਿਆ ਹੋਵੇ 3d4s ਹਮੇਸ਼ਾ ਨਾਲ ਦੇਖਿਆ ਹੋਵੇ ਇਲੈਕਟ੍ਰੋਨਿਕ ਕਨਫਿਗਰੇਸ਼ਨ ਜਦੋਂ ਤੁਸੀਂ ਫਿਲ ਕਰਦੇ ਆ, ਸੋ ਤੁਸੀਂ ਪਹਿਲਾਂ ਇਦਾਂ ਕਰਦੇ ਆ 4s then 3d, ਹੈ ਨਾ, ਇਦਾਂ ਲਿਖਦੇ ਆਪਾਂ 3d ਉਹਦੇ ਨਾਲ ਹੁੰਦਾ, ਬਾਅਦ ਚੋਂ ਫਿਲ ਹੁੰਦਾ। ਸੋ 4s 3d that means n-1। मतलब जी ये n है, ये n-1 है। नहीं है तो ਤੁਸੀਂ ਇਹਨੂੰ ਯਾਦ ਰੱਖ ਲੈਣਾ, ਜੇ ਤੁਹਾਨੂੰ ਇਹ ਚੀਜ਼ ਨਹੀਂ ਕਲੀਅਰ ਹੈ तो s ਦੇ ਵਿੱਚ ਮੈਕਸਿਮਮ 2 ਜਾ ਸਕਦੇ। ਹੁਣ ਇੱਥੇ 0 ਤੋਂ 2 ਲਿਖਣ ਦਾ ਪਰਪਸ ਕੀ ਹੈ, 0 ਵੀ ਹੋ ਸਕਦਾ, 1 ਵੀ ਹੋ ਸਕਦਾ, 2 ਵੀ ਹੋ ਸਕਦਾ, मतलब 0 भी हो सकता। तो n-1 d ਕੀ ਆਏਗਾ 1 to 10। लास्ट इज f ब्लॉक, ये बहुत इंपॉर्टेंट है। ਇਹਦੇ ਵਿੱਚ ਪਹਿਲਾਂ ns ਹੁੰਦਾ, ਫਿਰ n-1 p ਹੁੰਦਾ, ਫਿਰ n-2 f ਹੁੰਦਾ। f ਦੇ ਵਿੱਚ ਤਾਂ ਮੈਕਸਿਮਮ 1 ਤੋਂ 14 ਜਾ ਸਕਦੇ ਨੇ, ਇੱਥੇ d ਹੋਏਗਾ, ਸੌਰੀ ਇੱਥੇ ns ਹੀ ਰਹੇਗਾ। ਠੀਕ ਹੈ, d ਦੇ ਵਿੱਚ ਮੈਕਸਿਮਮ 0 ਤੋਂ 2 ਜਾ ਸਕਦੇ ਨੇ, ਤੇ s ਦੇ ਵਿੱਚ 2 ਹੋਣਗੇ ਹੀ ਹੋਣਗੇ। ਇੱਕ ਵਾਰੀ ਆਪਾਂ ਇਹ ਚੈੱਕ ਕਰ ਲੈਂਦੇ ਆ, ns2 n-1 d 0 ਤੋਂ 2 and n-2 f 1 ਤੋਂ 40। ਠੀਕ ਹੈ, ਇੰਨੇ ਇਲੈਕਟ੍ਰੋਨਸ ਆਣਗੇ। ਸੋ ਥੀਸ ਆਰ ਦਾ ਜਨਰਲ ਕਨਫਿਗਰੇਸ਼ਨ ਸਾਰੇ ਬਲੌਕਸ ਦੀਆਂ। ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿ ਜਨਰਲ ਕਨਫਿਗਰੇਸ਼ਨਸ ਕੀ ਹੈਗੀਆਂ ਨੇ। ਠੀਕ ਹੈ, ਇਹਨਾਂ ਨੂੰ ਇੱਕ ਵਾਰੀ ਨੋਟ ਡਾਊਨ ਕਰ ਲਓ ਚੰਗੀ ਤਰ੍ਹਾਂ, ਇਹਨਾਂ ਨੂੰ ਕਰ ਵੀ ਲੈਣਾ ਕਿਉਂਕਿ ਇਹ ਚ ਕੁਐਸਚਨ ਬਣ ਸਕਦਾ ਹੈ। ਠੀਕ ਹੈ, ਸੋ ਅਸੀਂ ਕੀ ਦੇਖਿਆ ਪੀਰੀਓਡਿਕ ਟੇਬਲ ਬਾਰੇ। ਫਸਟ ਆਫ ਆਲ ਆਪਾਂ ਦੇਖਿਆ ਕਿ ਪੀਰੀਓਡਿਕ ਟੇਬਲ ਵਿੱਚ ਗਰੁੱਪਸ ਕੀ ਹੈਗੇ ਨੇ, ਪੀਰੀਅਡਸ ਕੀ ਹੈਗੇ ਨੇ, ਦੈਨ ਬਲੌਕਸ ਕਿਹੜੇ ਹੈਗੇ ਨੇ, ਅਲਕਲੀ ਮੈਟਲਸ ਕੀ, ਅਲਕਲਾਈਨ ਅਰਥ ਮੈਟਲਸ ਕੀ ਆ। ਹਾਂ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਸੀ, ਜਦੋਂ ਆਪਾਂ ਡਰਾ ਕੀਤਾ ਸੀ ਤਾਂ ਇੱਧਰ ਸਾਡੇ ਕੋਲ S ਬਲੌਕ ਸੀ, ਜੋ ਯਾਦ ਹੋਵੇ ਤੁਹਾਨੂੰ, ਹੇਅਰ ਇਜ਼ ਦਾ P ਬਲੌਕ। ਠੀਕ ਹੈ, ਇੱਧਰ ਸਾਡੇ ਕੋਲ P ਬਲੌਕ ਸੀ, ਐਂਡ ਜਿਹੜਾ ਵਿੱਚ ਵਾਲਾ ਸੀ ਉਹ ਸਾਡੇ ਕੋਲ ਇਹ P ਆ ਪੂਰਾ, ਵਿੱਚ ਵਾਲਾ ਸੀਗਾ D ਬਲੌਕ, ਤੇ ਉਸ ਤੋਂ ਬਾਅਦ ਜੋ ਸੀ ਸਾਡੇ ਕੋਲ F ਬਲੌਕ ਸੀ, ਜਿਹਦੇ ਵਿੱਚ ਲੈਂਥੇਨਾਈਟ ਤੇ ਐਕਟੀਨਾਈਟ 2 ਸਾਡੇ ਕੋਲ ਪੀਰੀਅਡ ਸੀਗੇ। ਠੀਕ ਹੈ, ਸੋ ਇਹਨੂੰ ਆਪਾਂ ਕੀ ਬੋਲਿਆ ਸੀ, F ਬਲੌਕ। ਠੀਕ ਹੈ, F ਬਲੌਕ। ਸੋ ਇੱਧਰ ਜੋ ਹੁੰਦੀਆਂ ਨੇ ਨਾ, ਥੀਸ ਆਰ ਦਾ ਮੈਟਲਸ, ਥੀਸ ਆਰ ਦਾ ਮੈਟਲਸ, ਤੇ P ਬਲੌਕ ਤੇ ਜ਼ਿਆਦਾਤਰ ਹੈਗੀਆਂ ਨੇ ਨॉन ਮੈਟਲਸ। ਠੀਕ ਹੈ, ਤੇ ਸੈਂਟਰ ਵਿੱਚ ਆ ਜਾਣਗੇ ਮੈਟਲੋਇਡਸ। ਕੀ ਆ ਜਾਣਗੇ, ਮੈਟਲੋਇਡਸ ਇਹਦੇ ਵਿਚਕਾਰ। ਠੀਕ ਹੈ, ਸੋ ਇੱਧਰ ਕੀ ਸੀਗੀਆਂ ਨੇ ਸਾਡੇ ਕੋਲ ਮੈਟਲਸ ਐਸ ਬਲੌਕ ਦੇ ਵਿੱਚ, ਜਿਹੜੀਆਂ ਸੀ ਤਾਂ ਅਲਕਲੀ ਮੈਟਲ ਤੇ ਅਲਕਲਾਈਨ ਅਰਥ ਮੈਟਲ ਸੀ ਨਾ ਗਰੁੱਪ 1 ਤੇ ਗਰੁੱਪ 2 ਦੇ ਵਿਚਕਾਰ। ਇੱਧਰ ਤਾਂ ਗਰੁੱਪ 13 ਤੋਂ 18 ਤੱਕ ਸੀਗੇ। ਠੀਕ ਹੈ, ਇਹ ਜ਼ਿਆਦਾਤਰ ਨॉन ਮੈਟਲਸ ਹੈਗੇ ਨੇ। ਸੋ ਜੇ ਅਸੀਂ ਦੇਖੀ ਇੱਧਰ ਨੂੰ ਸਾਡਾ ਮੈਟੈਲਿਕ ਕਰੈਕਟਰ ਘਟਦਾ ਹੈ। ਠੀਕ ਹੈ, ਡਾਊਨ ਦਾ ਗਰੁੱਪ ਮੈਟੈਲਿਕ ਕਰੈਕਟਰ ਇਨਕਰੀਜ਼ ਕਰੇਗਾ ਮੈਟਲਸ ਦੇ ਵਿੱਚ ਜਾਣ ਦੇ ਬਾਅਦ। ਕਲੀਅਰ ਹੈ, ਇਹ ਥੋੜੀ ਜਿਹੀ ਰਿਪਰੈਜ਼ੈਂਟੇਸ਼ਨ ਹੈਗੀ ਆ ਜੋ ਸਾਨੂੰ ਪਤਾ ਹੋਣੀ ਚਾਹੀਦੀ ਆ। ਠੀਕ ਹੈ, ਉਸ ਤੋਂ ਬਾਅਦ ਸਾਡੇ ਸਿਲੇਬਸ ਦੇ ਵਿੱਚ ਜੋ ਫਸਟ ਤੇ ਲਿਖਿਆ ਹੋਇਆ ਮਾਡਰਨ ਪੀਰੀਓਡਿਕ ਲਾਅ। ਠੀਕ ਹੈ, ਮਾਡਰਨ ਪੀਰੀਓਡਿਕ ਲਾਅ ਕੀ ਕਿਹਾ ਸੀ, ਦੇਖੋ ਮਾਡਰਨ ਤੋਂ ਪਹਿਲਾਂ ਮੈਂਡਲੀਵ ਸੀ। ਵੈਸੇ ਸਟਾਰਟਿੰਗ ਤੋਂ ਤਾਂ ਕਿੰਨੇ ਹੀ ਸੀਗੇ, ਜੋ ਜ਼ਿਆਦਾ ਫੋਲੋ ਕੀਤਾ ਗਿਆ ਦੈਟ ਵਾਸ ਦਾ ਮੈਂਡਲੀਵ। ਮੈਂਡਲੀਵ ਦਾ ਜੋ ਪੀਰੀਓਡਿਕ ਲਾਅ
ਸੀਗਾ ਉਹਦੇ ਵਿੱਚ ਉਹਨੇ ਬੋਲਿਆ ਸੀ ਜਿਹੜੇ ਐਲੀਮੈਂਟ ਸੀਗੇ ਉਹਨਾਂ ਨੂੰ ਅਰੇਂਜ ਕੀਤਾ ਸੀ ਅਕੋਰਡਿੰਗ ਟੂ देयर ਐਟੋਮਿਕ ਮਾਸਸ, ਠੀਕ ਹੈ। ਬਟ ਜੋ ਮਾਡਰਨ ਉਹਦੇ ਵਿੱਚ ਕਾਫੀ ਸਾਰੀਆਂ ਪ੍ਰੋਬਲਮ ਸੀਗੀਆਂ, ਕਾਫੀ ਡਿਫੈਕਟਸ ਸੀਗੇ, ਬਟ ਸੋ ਮਾਡਰਨ ਪ੍ਰੋਡਕਟ ਲਾਅ ਜਿਹੜਾ ਸੀ ਹੁਣ ਵੀ ਮਾਡਰਨ ਪ੍ਰੋਡਕਟ ਟੇਬਲ ਜਿਹੜਾ ਫੋਲੋ ਕਰ ਰਹੇ ਆ ਉਹ ਹੈਗਾ ਆ ਫੰਕਸ਼ਨ ਆਫ ਐਟੋਮਿਕ ਨੰਬਰ। ਸੋ ਇਹ ਪਤਾ ਹੋਣਾ ਚਾਹੀਦਾ ਤੁਹਾਨੂੰ ਕਿ ਜਿਹੜਾ ਮਾਡਰਨ ਪੀਰੀਓਡਿਕ ਟੇਬਲ ਹੈਗਾ ਨਾ ਉਹਦੇ ਵਿੱਚ ਫਿਜ਼ੀਕਲ ਐਂਡ ਕੈਮੀਕਲ ਪ੍ਰੋਪਰਟੀਜ਼ ਆਫ ਐਲੀਮੈਂਟ ਆਰ ਦਾ ਪੀਰੀਓਡਿਕ ਫੰਕਸ਼ਨ ਆਫ देयर ਐਟੋਮਿਕ ਨੰਬਰ। ਸੋ ਅਕੋਰਡਿੰਗ ਟੂ ਐਟੋਮਿਕ ਨੰਬਰ ਅਰੇਂਜ ਕੀਤਾ, ਜਿਹਦਾ ਐਟੋਮਿਕ ਨੰਬਰ ਦਾ ਹਾਈਡਰੋਜਨ ਫਰਸਟ, हीलियम फिर सेकंड, लिथियम बेरिलियम ये 3 4, फिर बोरोन 5, कार्बन 6, ऑक्सीजन 8, फ्लोरीन 7, ठीक है, नियॉन 10, फिर इदा ही पूरा वही वाला बन जाएगा अगेन। इतने सेकंड 11 आ जाएगा, मैग्नीशियम 12 आ जाएगा। सो इदा ही चलता जाएगा, एल्यूमिनियम आ जाएगा आगे, ठीक है। सो मतलब कि ये अकॉर्डिंग टू एटॉमिक नंबर है, इन्हां दे एटॉमिक नंबर दे अकॉर्डिंग जेड़ा इंक्रीजिंग ऑर्डर ऑफ देयर एटॉमिक नंबर उन्होंने इदा अरेंज किया होया ते जेड़ियां फंक्शन भी जेड़ा जियां फिजिकल ते केमिकल प्रॉपर्टीज भी हुंदियां ये सारे एलिमेंट्स दियां और पीरियोडिक फंक्शन हुंदियां अपने एटॉमिक नंबर दा। यही मॉडर्न पीरियोडिक लॉ ने कहा सी सिलेबस दे विच फर्स्ट ऑफ ऑल मॉडर्न पीरियोडिक लॉ दी ही गल कीती है। तो सानू ओहदे बारे पता होना चाहिए मॉडर्न पीरियोडिक लॉ की आ। जो मॉडर्न पीरियोडिक लॉ है वो सानू की दसदा पिया कि जेडे एलिमेंट्स है ये अरेंज होया इन द इंक्रीजिंग ऑर्डर ऑफ देयर एटॉमिक नंबर एंड द फिजिकल केमिकल प्रॉपर्टी और पीरियोडिक फंक्शन ऑफ देयर एटॉमिक नंबर। क्लियर आ? सो सानू इन्हां बारे भी पता लग गया डी पी एफ ब्लॉक। उस तो बाद जो सिलेबस दे विच साडे मेंशन है वो है इंक्रीजिंग ऑर्डर वेरिएशन, एटॉमिक रेडियाई, आयोनेशन एंथैल्पी, इलेक्ट्रॉन गेन एंथैल्पी, इलेक्ट्रोनेगेटिविटी एंड वैलेंसी एंड ऑक्सीडेशन स्टेट एंड केमिकल एक्टिविटी। आई थिंक यही सिलेबस विच मेंशन आ, एक बार तुसीं देख भी लेना। सो ओदा अगे ट्रेंड किद्दां किद्दां हैगा, ठीक है, वो आपां देखना हैगा, ठीक है। सो देखिए, सो शुरू करते हैं। सो ओदे लई इत्थे तक तुसीं पहलां चंगी तरह पीरियोडिक टेबल दा देख लेना। फर्स्ट ऑफ ऑल जो आपां स्टडी करांगे दैट इज अबाउट एटॉमिक रेडियाई, ठीक है। सो उस एटॉमिक रेडियस करन तो पहला तुहानू ओदी एक डेफिनेशन लिखनी होगी। एटॉमिक रेडियस है कि एटॉमिक रेडियस की है द डिस्टेंस बिटवीन द सेंटर ऑफ न्यूक्लियस एंड आउटर मोस्ट शेल इलेक्ट्रॉन, ठीक है। एटॉमिक रेडियस है कि आ बिकॉज ओनू पढ़न तो पहला तुहानू दी थोड़ी डेफिनेशन क्लियर होनी चाहिए आ। एटॉमिक रेडियस की है द डिस्टेंस बिटवीन न्यूक्लियस एंड आउटर मोस्ट शेल इलेक्ट्रॉन। शेल ऑफ इलेक्ट्रॉन। सो ठीक है, ये डिस्टेंस है। लेट्स से दिस इज द एटम, दिस इज द न्यूक्लियस, लेट्स से दिस इज द आउटर मोस्ट शेल ऑफ इलेक्ट्रॉन, लास्ट वाला शेल। इन्हां दे विचकार जिहड़ा डिस्टेंस आ उहनूं की बोलिया जांदा है एटॉमिक रेडियस। इहदी वेरिएशन जो साडे सिलेबस दे विच है ना दैट इज वेरिएशन, वेरी किद्दां करदा इस पूरे पीरियोडिक टेबल दे विच ओ आ ते बहुत ईजी वे नाल तुहानूं समझ आएगा, डोंट वरी, बहुत ईजी वे नाल समझांगे, ठीक है। सो फर्स्ट ऑफ ऑल द डेफिनेशन क्लियर है एटॉमिक रेडियस की।